ਚਬਰ ਛਤਰ ਤਖਤਾਂ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਵਿਖੇ ਦੂਰੋਂ ਨੇੜਿਓਂ ਚੱਲ ਕਰ ਹਾਜ਼ਰੀ ਭਰ ਰਹੀ ਸਮੁੱਚੀ ਸਾਧ ਸੰਗਤ ਜੀ, ਆਪ ਸਭ ਨੂੰ ਜੀਓ ਆਇਆ। ਅੱਜ ਦੇ ਹੁਕਮ ਫਰਮਾਨ 737 ਅੰਗ ਤੇ ਪ੍ਰਾਰੰਭ ਹੁੰਦੇ ਹਨ। 738 ਅੰਗ ਤੇ ਜਾ ਕੇ ਸੰਪੂਰਨਤਾਈ ਹੋ ਜਾਂਦੀ ਹੈ। ਸਤਿਗੁਰ ਦੇ ਘਰ ਦੀਆਂ ਸੀਸਾਂ ਲੈਂਦੇ ਆ, ਗੁਰੂ ਚਰਨਾਂ ਦਾ ਪਿਆਰ ਲੈਂਦੇ ਆ, ਹੁਕਮ ਫਰਮਾਨ ਦੀ ਵਿਚਾਰ ਦੀ ਸਾਂਝ ਦੇ ਨਾਲ ਜੁੜੀਏ। ਕੋਈ ਵੀ ਰਸਨਾ ਵਾਂਝੀ ਨਾ ਰਹਿ ਜਾਏ। ਮਨ ਬਿਰਤੀਆਂ ਕਾਗਰ ਕਰ ਲਵਾਓ ਜੀ ਹਾਜ਼ਰੀ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ। ਹਾਂਜੀ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੇ ਮਹੱਲਾ ਪੰਜਵਾ। ਸੂਹੀ ਰਾਗ ਦੇ ਵਿੱਚ ਪੰਚਮ ਪਿਤਾ ਧੰਨ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀਆਂ ਦੀ ਰੱਬੀ ਬਾਣੀ ਦੀ ਰਚਨਾ ਹੈ। ਉਮਕਿਓ ਹਿਓ ਮਿਲਨ ਪ੍ਰਭ ਤਾਏ। ਸਤਿਗੁਰ ਜੀ ਇੱਥੇ ਸਮਝਾ ਰਹੇ ਨੇ, ਉਮਕਿਓ ਹਿਓ ਮਿਲਣ ਪ੍ਰਭ ਤਾਏ। ਹਿਓ ਦਾ ਅਰਥ ਹੁੰਦਾ ਹਿਰਦਾ। ਕਹਿੰਦੇ ਉਸ ਪਰਮੇਸ਼ਰ ਨੂੰ, ਉਸ ਵਾਹਿਗੁਰੂ ਨੂੰ ਮਿਲਣ ਵਾਸਤੇ, ਕਿਉਂਕਿ ਜਦੋਂ ਤੇ ਸੋਝੀ ਨਹੀਂ ਸੀ ਉਦੋਂ ਤੇ ਸੁੱਤਾ ਹੀ ਹੋਇਆ ਸੀਗਾ। ਗਾਫਲਤਾਈ ਦੀ ਨੀਂਦ ਵਿੱਚ ਸੁੱਤਾ ਸੀ, ਸੋਝੀ ਨਹੀਂ ਸੀ। ਹੁਣ ਜਗਿਆਸੂ ਹੈ, ਜਗਿਆਸੂ ਬਣ ਗਿਆ ਤੇ ਮਨ ਕਰਦਾ ਹੈ ਦਾਤੇ ਨੂੰ, ਪਰਮੇਸ਼ਰ ਨੂੰ ਮਿਲਣ ਦਾ। ਤੇ ਕਹਿੰਦੇ ਹੁਣ ਉਸ ਦੇ ਮਿਲਾਪ ਵਾਸਤੇ ਜਿਹੜਾ ਮੇਰਾ ਹਿਰਦਾ ਨੱਚ ਪਿਆ ਹੈ, ਮੇਰਾ ਹਿਰਦਾ ਖੇੜੇ ਵਿੱਚ ਆ ਪਿਆ, ਨੱਚਣ ਲੱਗ ਪਿਆ, ਨੱਚ ਪਿਆ ਮੇਰਾ ਮਨ, ਮੇਰਾ ਹਿਰਦਾ ਨੱਚਦਾ ਪਿਆ ਹੈ ਕਿ ਮੈਂ ਉਸ ਪਰਮੇਸ਼ਰ ਨੂੰ ਮਿਲਾਂ। ਉਸ ਦੇ ਮਿਲਣ ਦੇ ਤਾਈ ਮੇਰਾ ਹਿਰਦਾ ਨੱਚ ਪਿਆ ਹੈ। ਖੋਜਤ ਚਰਿਓ ਦੇਖੋ ਪ੍ਰਿਯ ਜਾਏ। ਤੇ ਪ੍ਰਭੂ ਨੂੰ ਲੱਭਣ ਵਾਸਤੇ ਚੜ ਪਿਆ ਕਿ ਮੈਂ ਪਿਆਰੇ ਦੀ ਰਹਿਣ ਦੀ ਥਾਂ ਕਿਤੇ ਵੇਖਾਂ, ਕਿਤੇ ਪਤਾ ਲੱਗੇ, ਕਿਤੇ ਸਮਝ ਲੱਗੇ ਕਿ ਕਿੱਥੇ ਹੈ। ਚੜ ਪਿਆ, ਖੋਜ ਸ਼ੁਰੂ ਕਰ ਦਿੱਤੀ ਹੈ ਕਿ ਉਹ ਮਾਲਕ ਪਰਮੇਸ਼ਰ ਕਿੱਥੇ ਮਿਲਦਾ ਹੈ। ਜਗਿਆਸੂ ਦੀ ਅਵਸਥਾ ਹੈ। ਹਾਂਜੀ, ਸੁਣਤ ਸੰਦੇਸਰੋ ਪ੍ਰਿਯ ਗ੍ਰਹਿ ਸੇਜ ਵਿਛਾਏ। ਪਾਤਸ਼ਾਹ ਕਹਿੰਦੇ, ਹੇ ਸਖੀ ਪਿਆਰੇ ਦਾ ਸੁਨੇਹਾ ਸੁਣਦਿਆਂ ਮੈਂ ਹਿਰਦੇ ਰੂਪੀ ਘਰ ਦੇ ਵਿੱਚ ਸੇਜ ਵਿਛਾ ਦਿੱਤੀ ਹੈ। ਭ੍ਰਮ ਭ੍ਰਮ ਆਇਓ ਤੋ ਨਦਰ ਨ ਪਾਏ। ਪਰ ਭਟਕ ਭਟਕ ਕੇ ਮੁੜ ਆਇਆ, ਤਦੋਂ ਪ੍ਰਭੂ ਦੀ ਮਿਹਰ ਦੀ ਨਿਗਾਹ ਹਾਸਲ ਨਹੀਂ ਹੋਈ, ਭਾਵ ਕਿ ਪ੍ਰਭੂ ਨਦਰੀ ਨਹੀਂ ਪਿਆ। ਭ੍ਰਮ ਭ੍ਰਮ ਆਇਓ ਨਦਰ ਨਾ ਪਾਈ। ਮੈਂ ਭਰਮਦਾ ਹੀ ਰਹਿ ਗਿਆ, ਕਿਉਂਕਿ ਮੈਂ ਤੇ ਬਾਹਰ ਚਲਾ ਗਿਆ ਨਾ ਲੱਭਣ ਵਾਸਤੇ। ਮੈਂ ਤੇ ਬਾਹਰ ਭਟਕਣਾ ਵਿੱਚ ਲੱਗ ਗਿਆ। ਤੇ ਬਾਹਰੋਂ ਤੇ ਸਤਿਗੁਰ ਪਾਤਸ਼ਾਹ ਕਹਿੰਦੇ ਨੇ, ਸਭ ਕੁਛ ਘਰ ਮੈਂ ਬਾਹਰ ਨਾਹੀਂ। ਬਾਹਰ ਤੇ ਹੈ ਹੀ ਕੁਝ ਨਹੀਂ, ਜੋ ਕੁਝ ਹੈ ਤੇਰੇ ਹਿਰਦੇ 'ਚ ਹੈ। ਤਾਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀਆਂ ਦੀ ਰੱਬੀ ਬਾਣੀ ਦੀ ਰਚਨਾ ਸਤਿਗੁਰ ਜੀ ਵੀ ਸਮਝਾਉਂਦੇ ਨੇ। ਕਾਹੇ ਰੇ ਬਨ ਖੋਜਣ ਜਾਈ। ਹੇ ਭਾਈ, ਕਾਹਨੂੰ ਜੰਗਲਾਂ ਦੇ ਵਿੱਚ ਖੋਜਦਾ ਫਿਰਦਾ ਹੈ, ਜਿਹਨੂੰ ਲੱਭਦਾ ਹੈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ। ਉਹ ਤੇ ਤੇਰੇ ਨਾਲ ਹੈ, ਤੇਰੇ ਅੰਦਰ ਹੈ। ਹਿਰਦੇ ਰੂਪੀ ਘਰ ਦੇ ਵਿੱਚ ਸੇਜ ਤੇ ਵਿਛਾਤੀ ਇਹ ਪਰਮੇਸ਼ਰ ਦੇ ਆਉਣ ਦੇ ਚਾਲ ਹੈ ਕਿ ਪਰ ਲੱਭਦਾ ਬਾਹਰ ਹੀ ਫਿਰਿਆ। ਬਾਹਰ ਲੱਭਦੇ ਨੂੰ ਪ੍ਰਾਪਤ ਕੁਝ ਨਹੀਂ ਹੋਇਆ, ਨਦਰੀ ਨਹੀਂ ਆਇਆ, ਕੁਝ ਨਦਰ ਨਹੀਂ ਪਿਆ। ਕਿਨ ਬਿਦ ਹੀਰੋ ਧੀਰੈ ਨਿਮਾਨੋ। ਹੁਣ ਸਾਧ ਸੰਗਤ ਜੀ ਸਤਿਗੁਰੂ ਪਾਤਸ਼ਾਹ ਮਿਹਰ ਕਰਦੇ ਨੇ, ਕਿਨ ਬਿਦ ਕਿਹੜੇ ਤਰੀਕਿਆਂ ਦੀ ਨਾਲ ਇਹ ਵਿਚਾਰਾ ਹਿਰਦਾ
ਜਿਹੜਾ ਧੀਰਜ ਧਾਰੇ, हे ਸੱਜਣ ਪ੍ਰਭੂ ਮੈਨੂੰ ਮਿਲ, ਮੈਂ ਤੈਥੋਂ ਸਦਕੇ ਜਾਂਦੀ ਹਾਂ, ਮੈਨੂੰ ਮਿਲਣਾ ਕਰ। ਇਹ ਹਿਰਦਾ ਕਿਵੇਂ ਧੀਰਜ ਧਾਰਨ ਕਰੇ। ਕਿਨ ਬਿਦ ਹੀਰੋ ਧੀਰੈ ਨਿਮਾਨੋ, ਮੇਰਾ ਹਿਰਦਾ ਜਿਹੜਾ ਹੈ ਇਹ ਕਿਵੇਂ ਧੀਰਜ ਦੇ ਵਿੱਚ ਆਵੇ। ਮੈਂ ਤੇਰੇ ਤੋਂ ਕੁਰਬਾਨ ਜਾਵਾਂ, ਤੂੰ ਆ ਕੇ ਮੈਨੂੰ ਦਰਸ਼ਨ ਦੀਦਾਰ ਬਖਸ਼, ਮੈਨੂੰ ਮਿਲ। ਮਿਲ ਸਾਜਨ ਹਉ ਤੁਝ ਕੁਰਬਾਨੋ, ਓ ਮੇਰੇ ਸਾਜਨ, ਮੇਰੇ ਮਾਲਕ, ਮੇਰੇ ਵਾਹਿਗੁਰੂ ਮੈਨੂੰ ਮਿਲਣਾ ਕਰ। ਮੈਂ ਤੇਰੇ ਤੋਂ ਕੁਰਬਾਨ ਹੋ ਜਾਵਾਂ, ਮੇਰੇ ਹਿਰਦੇ ਨੂੰ ਟਿਕਾ ਨਹੀਂ ਆ ਰਿਹਾ, ਧੀਰਜ ਨਹੀਂ ਮਿਲ ਰਿਹਾ। ਰਹਾ ਵਿਸ਼ਰਾਮ ਲਾ ਕੇ ਸਤਿਗੁਰੂ ਜੀ ਮਿਹਰ ਕਰਦੇ ਹਨ। ਏਕਾ ਸੇਜ ਵਿਚੇ ਧਨ ਕੰਤਾ, ਧਨ ਸੋਤੇ ਫਿਰ ਸਦ ਜਾਗੰਤਾ। ਸਤਿਗੁਰੂ ਜੀ ਮਿਹਰ ਕਰਦੇ ਨੇ ਕਿ ਇਹ ਸਖੀ ਜੀਵ ਰੂਪ ਇਸਤਰੀ ਨੂੰ ਸਮਝਾ ਰਹੇ ਨੇ, ਸਾਡੀ ਆਤਮਾ ਨੂੰ। ਹੇ ਸਖੀ ਜੀਵ ਰੂਪ ਇਸਤਰੀ ਅਤੇ ਪ੍ਰਭੂ ਦੀ ਇੱਕੋ ਹੀ ਸੇਜ ਜੀਵ ਇਸਤਰੀ ਦੇ ਹਿਰਦੇ ਵਿੱਚ ਵਿਛੀ ਹੋਈ ਹੈ, ਪਰ ਜੀਵ ਇਸਤਰੀ ਸਦਾ ਮਾਇਆ ਦੀ ਮੋਹ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਏ, ਪ੍ਰਭੂ ਪ੍ਰਤੀ ਸਦਾ ਜਾਗਦਾ ਰਹਿੰਦਾ, ਮਾਇਆ ਦੀ ਭਾਵ ਤੋਂ ਉਤਾਰ ਰਹਿੰਦਾ ਹੈ ਸੇਜ ਇੱਕੋ ਹੀ ਹੈ, ਪਰ ਜੀਵ ਰੂਪ ਇਸਤਰੀ ਜਿਹੜੀ ਹੈ ਮੋਹ ਮਾਇਆ ਦੀ ਨੀਂਦ ਵਿੱਚ ਸੁੱਤੀ ਰਹਿੰਦੀ ਹੈ। ਤੇ ਫਿਰ ਜਿਹੜਾ ਹੈ ਪਰਮੇਸ਼ਰ ਪਰਮਾਤਮਾ ਪਤੀ ਉਹ ਸਦਾ ਜਾਗਦਾ ਰਹਿੰਦਾ। ਕਿਉਂ? ਕਿਉਂਕਿ ਉਹਦੇ ਤੇ ਮਾਇਆ ਦਾ ਪ੍ਰਭਾਵ ਨਹੀਂ ਪੈਂਦਾ, ਉਹ ਮਾਇਆ ਦੇ ਪ੍ਰਭਾਵ ਤੋਂ ਰਹਿਤ ਹੈ, ਦੂਰ ਹੈ। ਪੀਓ ਮਧੁਰ ਧਨ ਮਤਵੰਤਾ, ਧਨ ਜਾਗੈ ਜੇ ਪਿਰ ਬੋਲੰਤਾ। ਸਤਿਗੁਰੂ ਜੀ ਸਮਝਾ ਰਹੇ ਨੇ ਕਿ ਜੀਵ ਇਸਤਰੀ ਇਉਂ ਮਸਤ ਰਹਿੰਦੀ ਜਿਵੇਂ ਨੇ ਸ਼ਰਾਬ ਪੀਤੀ ਹੋਵੇ। ਜਿਵੇਂ ਸ਼ਰਾਬ ਪੀਣ ਵਾਲਾ ਬੰਦਾ ਆਪਣੀ ਹੀ ਮਸਤੀ ਵਿੱਚ ਹੋ ਜਾਂਦਾ ਹੈ, ਇਹ ਮੋਹ ਮਾਇਆ ਦੀ ਮਦ ਹੈ। ਮੋਹ ਮਾਇਆ ਦੀ ਮਦ, ਮਦ ਤੋਂ ਭਾਵ ਸ਼ਰਾਬ ਹੁੰਦਾ। ਪੀਓ ਮਧੁਰੋ ਧਨ ਮਤਵੰਤਾ, ਕਹਿੰਦੇ ਮਦਰੋ ਮਦਰਾ ਸ਼ਰਾਬ ਨੂੰ ਇੱਕੋ ਹੀ ਨਾਮ ਹੈ। ਮਦ ਕਹਿ ਲਈਏ, ਮਦਰਾ ਕਹਿ ਲਈਏ, ਮਦਰੋ ਕਹਿ ਲਈਏ, ਸ਼ਰਾਬ ਦੇ ਨਾਮ ਹੀ ਹੈ। ਹੁਣ ਸਾਧ ਸੰਗਤ ਜੀ ਉਹ ਗੁਰੂ ਪਾਤਸ਼ਾਹ ਸਮਝਾ ਰਹੇ ਨੇ ਕਿ ਇਹ ਜੀਵ ਇਸਤਰੀ ਤੇ ਇੰਜ ਮਸਤ ਰਹਿੰਦੀ ਹੈ ਜਿਵੇਂ ਇਹਨੇ ਸ਼ਰਾਬ ਪੀਤੀ ਹੋਵੇ। ਹਾਂ, ਜੀਵ ਇਸਤਰੀ ਜਾਗ ਵੀ ਸਕਦੀ ਹੈ ਜੇ ਪ੍ਰਤੀ ਪ੍ਰਭੂ ਅਕਾਲ ਪੁਰਖ ਆਪ ਇਹਨੂੰ ਜਗਾਉਣਾ ਕਰੇ। ਧਨ ਜਾਗੈ ਜੇ ਪਿਰ ਬੋਲੰਤਾ, ਜੇ ਪਿਰ ਪਤੀ ਪਰਮੇਸ਼ਰ ਅਕਾਲ ਪੁਰਖ ਨੂੰ ਜਗਾਉਣਾ ਚਾਹਵੇ ਬੋਲ ਕੇ, ਉਠਾਉਣਾ ਚਾਹਵੇ ਬੋਲ ਕੇ, ਤੇ ਇਹਨੂੰ ਉਠਾ ਸਕਦਾ ਹੈ, ਜਗਾ ਸਕਦਾ ਹੈ। ਭਈ ਨਿਰਾਸੀ ਬਹੁਤ ਦਿਨ ਲਾਗੇ, ਦੇਸ ਦਸਾਂਤਰ ਮੈਂ ਸਗਲੇ ਝਾਗੇ। ਸਤਿਗੁਰੂ ਪਾਤਸ਼ਾਹ ਮਿਹਰ ਕਰ ਰਹੇ ਨੇ ਕਿ ਹੇ ਸਖੀ ਉਮਰ ਦੇ ਬਹੁਤ ਸਾਰੇ ਦਿਨ ਬੀਤ ਹੋ ਗਏ, ਹੁਣ ਮੈਂ ਨਿਰਾਸ਼ ਹੋ ਗਈ ਹਾਂ। ਨਿਰਾਸ਼ ਹੋ ਜਾਣਾ, ਬਹੁਤੇ ਤੇ ਨਿਰਾਸ਼ ਹੀ ਹੋ ਜਾਂਦੇ ਨੇ। ਸਾਧ ਸੰਗਤ ਜੀਓ, ਨਾਮ ਜਪਣ ਵਾਲਾ ਜਿਹੜਾ ਹੈ ਨਾ ਉਹ ਵੀ ਪਛਤਾਉਂਦਾ ਜੀ, ਜਿਹੜਾ ਨਹੀਂ ਜਪਦਾ ਉਹ ਵੀ ਪਛਤਾਉਂਦਾ ਹੈ। ਨਾਮ ਜਪਣ ਵਾਲਾ ਕਦੋਂ ਪਛਤਾਉਂਦਾ ਹੈ? ਨਾਮ ਜਪਣ ਵਾਲਾ ਉਦੋਂ ਪਛਤਾਉਂਦਾ ਹੈ ਜਦੋਂ ਸੱਚੀ ਦਰਗਾਹ ਵਿੱਚ ਜਾਂਦਾ ਹੈ ਤੇ ਉੱਥੇ ਜਾ ਕੇ ਮਿਲਦਾ ਹੈ ਆਦਰ ਸਤਿਕਾਰ, ਉੱਥੇ ਪਿਆਰ ਮਿਲਦਾ ਹੈ। ਰੇਰੇ ਦਰਗਾਹ ਕਹੇ ਨਾ ਕੋ, ਰੇਰੇ ਤੋਂ ਭਾਵ ਓਏ ਓਏ ਕਰਕੇ ਕੋਈ ਨਹੀਂ ਬੁਲਾਉਂਦਾ ਦਰਗਾਹ ਦੇ ਵਿੱਚ, ਸਤਿਕਾਰ ਮਿਲਦਾ। ਉਥੇ ਇੰਦਰ ਵੀ ਸਿੰਘਾਸਣ ਆਪਣਾ ਛੱਡ ਕੇ ਨਾਮ ਜਪਣ ਵਾਲੇ ਗੁਰਸਿੱਖ ਨੂੰ ਬੈਠਣ ਨੂੰ ਜਗ੍ਹਾ ਦੇ ਦਿੰਦਾ ਹੈ। ਤੇ ਫਿਰ ਗੁਰਸਿੱਖ ਉੱਥੇ ਬਹੁਤ ਪਛਤਾਉਂਦਾ ਹੈ, ਮੈਂ ਤੇ ਥੋੜਾ ਚਿਰ ਜਪਿਆ ਤੇ ਇੰਨਾ ਸਤਿਕਾਰ, ਜੇ ਮੈਂ ਸਾਰੀ ਉਮਰ ਜਪਦਾ ਹੀ ਰਹਿੰਦਾ ਤੇ ਮੈਨੂੰ ਕਿੰਨਾ ਸਤਿਕਾਰ ਮਿਲਣਾ ਸੀ। ਉਹ ਤਾਂ ਪਛਤਾਉਂਦਾ ਮੈਂ ਘੱਟ ਜਪਿਆ। ਤੇ ਜਿਹੜੇ ਜਪਦੇ ਨਹੀਂ ਪਛਤਾਉਂਦੇ ਇਹ ਵੀ ਨੇ, ਇਹਨਾਂ ਨੂੰ ਦਰਗਾਹ 'ਚ ਜਦੋਂ ਸਜਾਵਾਂ ਮਿਲਦੀਆਂ ਨੇ ਇਹ ਫਿਰ ਗੁਰਮੁਖ ਪਿਆਰਿਆਂ ਵੱਲ ਵੇਖ ਕੇ ਪਛਤਾਉਂਦੇ ਨੇ, ਮੈਂ ਵੀ ਇਹਨਾਂ ਵਾਂਗੂ ਜਪਿਆ ਹੁੰਦਾ ਤੇ ਅੱਜ ਸਜ਼ਾ ਨਾ ਮਿਲਦੀ, ਅੱਜ ਮੈਨੂੰ ਵੀ ਜਮਾਂ ਦੇ ਕੂੜੇ ਨਾ ਵੱਜਦੇ।
ਗੁਰੂ ਪਾਤਸ਼ਾਹ ਮਿਹਰ ਕਰ ਰਹੇ ਨੇ। ਇਸੇ ਤਰ੍ਹਾਂ ਹੀ ਜਿੰਦ ਨਿਰਾਸ਼ ਹੋ ਗਈ। ਇਹ ਬੜੇ ਦਿਨ ਲੰਘ ਗਏ ਨੇ ਭਾਈ। ਨਿਰਾਸ਼ੀ ਬਹੁਤ ਦਿਨ ਲਾਗੇ ਦਾ ਅਰਥ ਇੱਥੇ ਜਿਵੇਂ ਬਹੁਤ ਦਿਨ ਲੰਘ ਗਏ, ਲੰਘੇ ਕਹਿ ਲਈਏ, ਲੰਘ ਗਏ ਕਹਿ ਲਈਏ, ਬਹੁਤ ਦਿਨ ਲੰਘ ਗਏ ਨੇ, ਬਹੁਤ ਸਮਾਂ ਲੰਘ ਚੁੱਕਾ ਹੈ। ਇਹ ਜਿੰਦ ਨਿਰਾਸ਼ ਹੋ ਗਈ ਏ, ਨਿਰਾਸ਼ ਹੋਈ ਪਈ ਏ। ਇਹਨੂੰ ਦੇ ਦਰਸ਼ਨ ਦੀਦਾਰ ਜਿਹੜੇ ਨੇ ਨਹੀਂ ਹੋ ਰਹੇ। ਇਹ ਸਹੀ ਢੰਗ ਦੇ ਨਾਲ ਉਸ ਦੇ ਚਰਨਾਂ 'ਚ ਜਪਿਆ ਨਹੀਂ। ਇਹ ਹੁਣ ਨਿਰਾਸ਼ ਹੋ ਚੁੱਕੀ ਏ। ਪਾਤਸ਼ਾਹ ਕਹਿੰਦੇ ਮੈਂ ਬਾਹਰ ਹੋਰ ਸਾਰੇ ਦੇਸ਼ ਭਾਲ ਵੇਖੇ, ਪਰ ਬਾਹਰ ਪ੍ਰਭੂ ਪਤੀ ਕਿਤੇ ਲੱਭਾ ਨਹੀਂ। ਨਿਰਾਸ਼ ਹੋਣ ਦਾ ਸਾਰਿਆਂ ਤੋਂ ਵੱਡਾ ਕਾਰਨ ਇਹ ਹੈ, ਬਾਬੇ ਫਰੀਦ ਸਾਹਿਬ ਮਹਾਰਾਜ ਜੀਆਂ ਨੇ 48 ਸਾਲ ਤਪੱਸਿਆ ਕੀਤੀ ਹੈ। 12 ਸਾਲ ਘਰ ਵਿੱਚ ਰਹਿ ਕੇ ਕਰਦੇ ਰਹੇ ਨੇ, ਤੇ 12 3 ਵਾਰ ਕਰਕੇ ਜੰਗਲਾਂ 'ਚ ਕੀਤੀ, 36 ਸਾਲ ਬਾਹਰ ਕੀਤੀ ਹੈ। 12 ਸਾਲ ਘਰ ਵਿੱਚ ਕੀ, 48 ਸਾਲ ਦੀ ਤਪੱਸਿਆ ਦਾ ਰਿਜ਼ਲਟ ਪਤਾ ਕੀ ਕੱਢਿਆ ਉਹਨਾਂ ਨੇ? ਕਹਿੰਦੇ ਤਨ ਸੁੱਕਾ ਪਿੰਜਰ ਥੀਆ, ਤਲੀਆ ਖੂਡਹਿ ਕਾਗ, ਅਜੇ ਸੁਰਬ ਨਾ ਬੌੜੇ, ਉਹ ਦੇਖ ਬੰਦੇ ਕੇ ਭਾਗ। ਇੱਥੇ 4 ਦਿਨ ਪਾਠ ਕਰਕੇ ਕਹਿੰਦੇ ਰੱਬ ਨਹੀਂ ਮਿਲਦਾ ਪਿਆ। ਮਹੀਨਾ 2 ਮਹੀਨੇ ਮਾਲਾ ਫੇਰ ਕੇ ਕਹਿ ਦਿੰਦੇ ਆ ਜੀ ਨਾਮ ਜਪਣ ਦਾ ਫਾਇਦਾ ਹੀ ਕੋਈ ਨਹੀਂ। ਇਹੋ ਜਿਹੇ ਵੀ ਹੈਗੇ ਨਾ ਜਿਹੜੇ ਆਪਾਂ ਨੂੰ ਅੱਜ ਕਹਿ ਰਹੇ ਨੇ, ਮੈਂ ਜਪ ਕੇ ਵੇਖਿਆ ਜੀ ਕੋਈ ਲਾਭ ਨਹੀਂ ਹੁੰਦਾ, ਨਾਮ ਜਪਣ ਦਾ ਕੋਈ ਫਾਇਦਾ ਨਹੀਂ ਹੁੰਦਾ, ਕੋਈ ਫਾਇਦਾ ਨਹੀਂ। ਕਿੰਨਾ ਕੁ ਬਾਬੇ ਫਰੀਦ ਨਾਲੋਂ ਵੀ ਜ਼ਿਆਦਾ ਜਪ ਲਿਆ। 48 ਸਾਲ ਲਾ ਕੇ ਵੀ ਜਿੰਦੀ ਸ਼ਰਧਾ ਨਹੀਂ ਟੁੱਟੀ। 48 ਸਾਲ ਲਾਏ, ਆਖਰ ਆਪਦੀ ਗਲਤੀ ਮੰਨੀ ਉਹਨਾਂ ਨੇ, ਆਪਦੀ ਗਲਤੀ ਮੰਨੀ ਹੈ। ਗੁਰਬਾਣੀ 'ਚ ਬਾਬੇ ਫਰੀਦ ਸਾਹਿਬ ਨੇ ਸਪੈਸ਼ਲ ਲਿਖਿਆ, ਵਸੀ ਰੱਬ ਹਿਆਲੀਆ ਬਾਹਰ ਕਿਆ ਢੂੰਡੇ। ਫਰੀਦਾ ਉਹ ਤਾਂ ਤੇਰੇ ਅੰਦਰ ਬੈਠਾ ਹੈ, ਤੂੰ ਬਾਹਰ ਹੀ ਲੱਭਦਾ ਰਹਿ ਗਿਆ। ਬਾਹਰ ਕੀ ਲੱਭਦਾ ਰਹਿ ਗਿਆ, ਉਹ ਤੇ ਤੇਰੇ ਅੰਦਰ ਬੈਠਾ ਸੀ। ਤਾਂ ਜਿੰਦ ਦਾ, ਸਾਡੇ ਜੀਵ ਰੂਪੀ ਇਸਤਰੀ ਦਾ, ਸਾਡੀ ਜਿੰਦ ਦਾ ਨਿਰਾਸ਼ ਹੋ ਜਾਣਾ ਇਸ ਗੱਲ ਤੇ ਨਿਰਭਰ ਕਰਦਾ ਕਿ ਬਹੁਤੇ ਦਿਨ ਲੰਘ ਗਏ ਨੇ, ਮਿਲਿਆ ਕੁਝ ਨਹੀਂ, ਮਿਲਦਾ ਕਿੱਥੋਂ, ਲੱਭਦੇ ਤਾਂ ਬਾਹਰ ਫਿਰਦੇ ਆ। ਬਾਹਰ ਹੋਰ ਸਾਰੇ ਦੇਸ਼ ਭਾਲ ਵੇਖੇ, ਪਰ ਪ੍ਰਭੂ ਪਤੀ ਪਰਮੇਸ਼ਰ ਬਾਹਰ ਕਿਤੋਂ ਲੱਭਾ ਨਹੀਂ ਹੈ। ਖਿਨ ਰਹਿਨ ਨਾ ਪਾਉ ਬਿਨ ਪ੍ਰਭ ਪਗ ਪਾਗੇ, ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ। ਸਤਿਗੁਰ ਜੀ ਮਿਹਰ ਕਰਕੇ ਸਮਝਾ ਰਹੇ ਨੇ ਕਿ ਪੈਰ ਬਿਨ ਪਗ ਪਾਗੇ। ਪੈਰ ਕਹਿੰਦੇ ਨੇ ਨਾ, ਪੱਗ ਚਰਨਾਂ ਉੱਤੇ ਪੈਣ ਤੋਂ ਬਿਨਾ, ਉਸ ਪ੍ਰਭੂ ਪਤੀ ਦੇ ਚਰਨਾਂ ਉੱਤੇ ਪੈਣ ਤੋਂ ਬਿਨਾ ਮੈਨੂੰ ਇੱਕ ਛਿਨ ਵਾਸਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ। ਜਿੰਨਾ ਚਿਰ ਅਸੀਂ ਗੁਰੂ ਦੀ ਸ਼ਰਨ ਵਿੱਚ ਆ ਉਹਨਾਂ ਚਿਰ ਹੀ ਸ਼ਾਂਤੀ ਹੈ। ਜਿੰਨਾ ਚਿਰ ਗੁਰੂ ਦੇ ਚਰਨਾਂ ਵਿੱਚ ਆ ਉਹਨਾਂ ਚਿਰ ਹੀ। ਮੁੜ ਕੇ ਤਾਂ ਉਹੀ ਸ਼ਿਕਾਇਤਾਂ, ਉਹੀ ਚੁਗਲੀਆਂ। ਸਾਧ ਸੰਗਤ ਜੀ, ਉਹ ਅੱਜ ਕੱਲ੍ਹ ਨਾ ਇੱਕ ਰਿਵਾਜ ਬੜਾ ਹੈ, ਝੂਠ ਬੋਲ ਦੇਣਗੇ। ਜੇ ਕਹਿਣਗੇ ਯਾਰ ਕਿਉਂ ਝੂਠ ਬੋਲੀ ਜਾਂਦਾ, ਝੂਠਾ ਪੈ ਜਾਏ। ਮੈਂ ਤੇ ਮਜ਼ਾਕ ਕਰਦਾ ਸੀ, ਆਪਦੇ ਝੂਠ ਨੂੰ ਮਜ਼ਾਕ ਦਾ ਨਾਮ ਦੇ ਦਿੱਤਾ ਸੀ। ਹੁਣ ਇਸੇ ਤਰ੍ਹਾਂ ਹੀ ਚੁਗਲ ਕਰਦਾ ਹੈ। ਉਹ ਇੱਥੋਂ ਦੀ ਗੱਲ ਗਾਂ ਦੱਸੇਗਾ ਤੇ ਮੈਂ ਤੇ ਸੱਚ ਹੀ ਕਿਹਾ, ਮੈਂ ਕਿਹੜੀ ਚੁਗਲੀ ਕੀਤੀ ਹੈ। ਤੂੰ ਗੁਰੂ ਪਾਤਸ਼ਾਹ ਕਿਰਪਾ ਕਰੇ, ਤੇਰਾ ਸੱਚ ਜੇ ਕਿਸੇ ਦਾ ਹਿਰਦਾ ਦਿਖਾ ਰਿਹਾ, ਤੇਰਾ ਸੱਚ ਜੇ ਕਿਸੇ ਦੀ ਜ਼ਿੰਦਗੀ ਖਰਾਬ ਕਰਦਾ ਪਿਆ, ਇਹ ਸੱਚ ਥੋੜਾ ਹੈ। ਜੇ ਗਣੀ ਖਾਂ ਤੇ ਨਬੀ ਖਾਂ ਕਹਿ ਦਿੰਦੇ ਵੀ ਗੁਰੂ ਗੋਬਿੰਦ ਸਿੰਘ ਨੇ ਉੱਚਦੇ ਪੀਰ ਨਹੀਂ, ਉਹ ਸੱਚ ਕਿਹੋ ਜਿਹਾ ਸੱਚ ਹੁੰਦਾ। ਜੇ ਤੇਰਾ ਸੱਚ ਕਿਸੇ ਦਾ ਹਿਰਦਾ ਹੀ ਦਿਖਾ ਰਿਹਾ ਹੈ, ਤੇਰੇ ਸੱਚ ਦੇ ਨਾਲ, ਤੇਰੇ ਬੋਲਣ ਦੇ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚ ਰਹੀ ਹੈ, ਕਿਸੇ ਦਾ ਰੁਤਬਾ ਡਿੱਗਦਾ ਪਿਆ ਹੈ, ਤੇ ਸਾਧ ਸੰਗਤ ਜੀ ਪਾਤਸ਼ਾਹ ਕਿਰਪਾ ਹੀ ਕਰਨ, ਫਿਰ ਇਹੋ ਜਿਹਾ ਸੱਚ ਬੋਲਣ ਦੀ ਨਹੀਂ ਲੋੜ ਹੈ। ਤਾਂ ਮਹਾਰਾਜ ਮਿਹਰ ਕਰਦੇ ਨੇ, ਤੇਰਾ ਝੂਠ ਜੇ ਕਿਸੇ ਦਾ ਘਰ ਵਸਾ ਦੇ, ਤੇਰਾ ਝੂਠ ਬੋਲਿਆ ਜੇ ਕਿਸੇ ਦਾ ਭਲਾ ਹੋ ਜਾਵੇ, ਤੇਰੇ ਝੂਠ ਬੋਲਿਆ ਕਿਸੇ ਦੀ ਜਾਨ ਬਚ ਜਾਵੇ, ਉਹ ਝੂਠ ਤੇਰੇ ਹਜ਼ਾਰਾਂ ਸੱਚਾਂ ਦੇ ਨਾਲੋਂ ਚੰਗਾ ਹੈ। ਸ਼ਾਂਤੀ ਤਾਂ ਹੀ ਨਹੀਂ ਨਾ, ਕਿਉਂਕਿ ਜਦੋਂ ਗੁਰੂ ਦੀ ਸ਼ਰਨ ਵਿੱਚ ਆ ਉਹਨਾਂ ਚਿਰ ਹੀ ਸ਼ਾਂਤੀ ਹੈ। ਫਿਰ ਤੇ ਉਹੀ ਚੁਗਲੀਆਂ, ਉਹੀ ਝੂਠ, ਉਹੀ ਫਰੇਬ, ਉਹੀ ਠੱਗੀਆਂ, ਤਾਂ ਮਨ ਸ਼ਾਂਤੀ ਵਿੱਚ ਨਹੀਂ ਰਹਿੰਦਾ। ਜਿਨ ਗੁਰੂ ਦੇ ਚਰਨਾਂ ਵਿੱਚ ਪਏ ਤੋਂ ਬਿਨਾਂ ਕਿਤੇ ਵੀ ਸ਼ਾਂਤੀ ਪ੍ਰਾਪਤ ਨਹੀਂ ਹੁੰਦੀ।
ਹਾਂ ਪਾਤਸ਼ਾਹ ਸਮਝਾਉਂਦੇ ਨੇ ਕਿ ਹਾਂ ਹੇ ਸਖੀ, ਜੇ ਉਹ ਆਪ ਕਿਰਪਾਲ ਹੋਏ ਕਿਰਪਾਲ ਪ੍ਰਭ ਮਿਲਹਿ ਸੁਭਾਗੇ। ਜੇ ਆਪ ਕਿਰਪਾਲ ਕਰੇ ਤਾਂ ਸਹੀ ਜੀਵ ਇਸਤਰੀਆਂ ਚੰਗੇ ਭਾਗ ਜਾਗਣ ਨਾਲ ਤਾਂ ਉਹ ਪ੍ਰਭੂ ਮਿਲ ਸਕਦਾ ਹੈ। ਜੇ ਉਹ ਅਕਾਲ ਪੁਰਖ ਆਪ ਕਿਰਪਾਲ ਹੋਵੇ ਤਾਂ ਸਹੀ, ਫਿਰ ਕਿਰਪਾ ਹੁੰਦੀ ਹੈ। ਜੀਵ ਇਸਤਰੀਆਂ ਦੇ ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ। ਜੇ ਚੰਗੇ ਭਾਗ ਨਾ ਜਾਗਣ ਫਿਰ ਨਹੀਂ। ਚੰਗੇ ਭਾਗ ਜਾਗਣ ਨਾਲ ਉਸ ਪ੍ਰਭੂ ਨੂੰ ਮਿਲ ਸਕਦੀਆਂ। ਉਵੇਂ ਮਿਲਣਾ ਔਖਾ ਹੈ। ਭਇਓ ਕਿਰਪਾਲ ਸਤ ਸੰਗ ਮਿਲਾਇਆ, ਬੂਝੀ ਤਪਤ ਕਰਹਿ ਫਿਰ ਪਾਇਆ। ਪ੍ਰਭੂ ਮੇਰੇ ਉੱਤੇ ਦਇਆਵਾਨ, ਮਿਹਰਬਾਨ, ਦਿਆਲੂ ਹੋਇਆ ਗਿਆ। ਜਦੋਂ ਉਹ ਦਿਆਲੂ ਹੋ ਗਿਆ, ਮੈਨੂੰ ਉਸਨੇ ਸਤ ਸੰਗਤ ਵਿੱਚ ਮਿਲਾ ਦਿੱਤਾ। ਸਭ ਤੋਂ ਪਹਿਲੀ ਪੌੜੀ ਹੈ ਪਰਮੇਸ਼ਰ ਦੇ ਮਿਲਾਪ ਦੀ ਸਤ ਸੰਗਤ ਵਿੱਚ ਆਉਣਾ। ਉਸ ਤੋਂ ਬਾਅਦ ਸਤ ਸੰਗਤ ਵਿੱਚ ਟਿਕਣਾ। ਇਹ ਨਹੀਂ ਵੀ ਆਏ, ਮੱਥਾ ਟੇਕਿਆ ਤੇ ਚਲੇ ਗਏ। ਟਿਕਣਾ, ਫਿਰ ਸੁਣਨਾ, ਫਿਰ ਉਸ ਤੋਂ ਬਾਅਦ ਡੰਡਾ ਆਉਂਦਾ ਸੁਣ ਕੇ ਸਮਝਣ ਦਾ। ਫਿਰ ਉਸ ਤੋਂ ਬਾਅਦ ਪੌੜੀ ਦਾ ਡੰਡਾ ਆਉਂਦਾ ਹੈ ਸਮਝ ਕੇ ਉਸ ਨੂੰ ਹਿਰਦੇ 'ਚ ਵਸਾਉਣ ਦਾ, ਭਾਵ ਕਿ ਉਹਦੇ ਤੇ ਅਮਲ ਕਰਨ ਦਾ। ਫਿਰ ਡੰਡਾ ਆਉਂਦਾ ਹੈ ਉਸ ਸਮਝੇ ਹੋਏ ਜਿਹਦੇ ਤੇ ਅਮਲ ਕੀਤਾ ਸੀ, ਉਸ ਰਾਹ ਤੇ ਤੁਰਨ ਦਾ। ਸਤ ਸੰਗਤ ਤੇ ਪਹਿਲਾ ਡੰਡਾ ਹੈ। ਆ ਕੇ ਬੈਠ ਜਾਣਾ ਤੇ ਪਹਿਲਾ ਡੰਡਾ ਏ। ਇਹ ਕਿਰਪਾ ਕੀਤੀ ਉਹਨੇ, ਸਤ ਸੰਗਤ ਤੱਕ ਲੈ ਕੇ ਆ ਗਿਆ। ਹਾਂਜੀ। ਸਗਲ ਸਿਗਾਰ ਹੁਣ ਮੁਝੇ ਸੁਹਾਇਆ, ਕਹੋ ਨਾਨਕ ਗੁਰ ਭਰਮ ਚੁਕਾਇਆ। ਸਤਿਗੁਰ ਜੀ ਮੇਰ ਕਰਕੇ ਸਮਝਾ ਰਹੇ ਨੇ ਕਿ ਸਗਲ ਸਿਗਾਰ ਹੁਣ ਮੈਨੂੰ ਉਸ ਅਕਾਲ ਪੁਰਖ ਨੇ ਆਪਣੇ ਸਾਰੇ ਸ਼ਿੰਗਾਰ ਉਦਮ ਜਿਹੜੇ ਨੇ ਸੋਹਣੇ ਲੱਗਣ ਲਾ ਦਿੱਤੇ। ਭਾਵ ਕਿ ਹੁਣ ਮੈਨੂੰ ਆਪਣੇ ਸਾਰੇ ਕੀਤੇ ਹੋਏ ਸ਼ਿੰਗਾਰ ਉਦਮ ਸੋਹਣੇ ਲੱਗ ਰਹੇ ਨੇ। ਮੈਂ ਸਤ ਸੰਗਤ ਵਿੱਚ ਬੈਠਾ। ਹੁਣ ਮੇਰਾ ਉੱਠਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਮੇਰਾ ਮਾਲਾ ਫੜ ਕੇ ਜਪਣਾ, ਮੇਰਾ ਗੁਟਕਾ ਸਾਹਿਬ ਫੜ ਕੇ ਬਾਣੀ ਨੂੰ ਪੜ੍ਹਨਾ, ਦਸਤਾਰੇ ਸਜਾਉਣਾ, ਤਿਆਰ ਹੋਣਾ ਤੇ ਗੁਰੂ ਘਰ ਆਉਣਾ। ਹੁਣ ਇਹ ਸਾਰੇ ਸ਼ਿੰਗਾਰ ਮੇਰੇ ਉਦਮ ਕੀਤੇ ਮੈਨੂੰ ਚੰਗੇ ਲੱਗਣ ਲੱਗ ਪਏ ਹਨ। ਕਿਉਂਕਿ ਪਾਤਸ਼ਾਹ ਮਿਹਰ ਕਰਦੇ। ਹੁਣ ਮੈਂ ਜਿੱਧਰ ਵੇਖਦਾ ਮੈਨੂੰ ਪ੍ਰਭੂ ਹੀ ਦਿਸਦਾ ਹੈ। ਜਹ ਦੇਖਾ ਤਹ ਪਿਰ ਹੈ ਪਾਏ, ਖੋਲਿਓ ਕਪਾਟ ਤਾਂ ਮਨ ਠਹਿਰਾਏ। ਹੁਣ ਮੈਂ ਜਿੱਧਰ ਵੇਖਦਾ ਹਾਂ ਮੈਨੂੰ ਪ੍ਰਭੂ ਹੀ ਦਿਸਦਾ ਹੈ। ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਹੀ ਨਜ਼ਰੀ ਪੈਂਦਾ ਹੈ। ਤਾਂ ਪਾਤਸ਼ਾਹ ਮਿਹਰ ਕਰਦੇ ਨੇ ਕਿ ਪਿਆਰਿਓ ਵੇਖੋ, ਜਿੱਥੇ ਵੇਖਿਆ ਇਹਦਾ ਮਤਲਬ ਕੀ ਹੈ ਵੀ ਹਰ ਥਾਂ ਤੇ ਹਰ ਜੀਵ 'ਚ ਜਦੋਂ ਅਸੀਂ ਇਹ ਗੱਲ ਸਮਝ ਜਾਗੇ ਨਾ ਵੀ ਜਿੰਨਾ ਮੈਂ ਰੱਬ ਦਾ ਪਿਆਰਾ ਹੋ ਸਕਦਾ ਹੈ, ਦੂਜਾ ਉਦੋਂ 100 ਗੁਣਾ ਜ਼ਿਆਦਾ ਹੋਵੇ, ਫਿਰ ਅੰਦਰੋਂ ਵਕਾਰ, ਦੁਈ, ਦਵੈਤ, ਨਫ਼ਰਤ ਮੁੱਕ ਜਾਂਦੀ ਹੈ। ਫਿਰ ਇਹ ਕਿਰਪਾ ਹੁੰਦੀ ਹੈ। ਤੇ ਫਿਰ ਜਿੱਧਰ ਵੇਖਦਾ ਮੈਨੂੰ ਪ੍ਰਭੂ ਦਿਸਦਾ ਹੈ। ਗੁਰੂ ਨੇ ਮੇਰੇ ਅੰਦਰੋਂ ਭਰਮ ਦਾ ਪਰਦਾ ਦੂਰ ਕਰ ਦਿੱਤਾ, ਭਰਮ ਦੇ ਪਰਦੇ ਲਾਹ ਦਿੱਤਾ। ਮੇਰੇ ਗੁਰੂ ਨੇ, ਮੇਰਾ ਮਨ ਟਿਕ ਗਿਆ ਹੈ। ਗੁਰੂ ਸਾਹਿਬ ਨੇ ਕਿਰਪਾ ਕੀਤੀ ਹੈ। ਖੋਲ ਕਪਾਟ ਤਾਂ ਮਨ ਠਹਿਰਾਈ। ਮੇਰੇ ਅੰਦਰੋਂ ਮਹਾਰਾਜ ਨੇ ਪਰਦੇ ਖੋਲ ਦਿੱਤੇ ਨੇ, ਵਕਾਰਾਂ ਰੂਪੀ ਪਰਦੇ ਦੂਰ ਕਰ ਦਿੱਤੇ ਨੇ। ਮਨ ਠਹਿਰ ਗਿਆ, ਮਨ ਟਿਕਾਓ ਵਿੱਚ ਆ ਗਿਆ ਹੈ। ਰਹਾਉ ਦੂਜਾ। ਇਹ ਭਾਈ ਇਸ ਸ਼ਬਦ ਦੀ ਸਮਾਪਤੀ ਤੇ ਦੂਸਰਾ ਰਹਾਉ ਹੈ। ਰਹਾਉ ਦੂਜਾ, ਰਹਾਉ ਦੂਜੇ ਤੇ ਸ਼ਬਦ ਦੀ ਸਮਾਪਤੀ ਕਰਦੇ ਹਾਂ। ਜਿੰਨੀ ਵੀ ਸੰਗਤ ਆਈ ਸਭ ਨੂੰ ਜੀਉ ਆਇਆ। ਅੱਜ ਦੇ ਹੁਕਮ ਫਰਮਾਨ ਦੀ ਵਿਚਾਰ ਇੱਥੇ ਹੀ ਸਮਾਪਤ ਹੈ। ਹੋਈਆਂ ਭੁੱਲਾਂ ਗਲਤੀਆਂ ਤੋਂ ਖਿਮਾ ਦੇ ਜਾਚਕ ਹਾਂ। ਹੁਣ ਸਮਾਪਤੀ ਦੀ ਪੰਕਤੀ ਪੜਾਂਗੇ, ਫਤਿਹ ਦੀ ਸਾਂਝ ਪਾ ਕੇ ਗੁਰੂ ਚਰਨਾਂ ਦਾ ਪਿਆਰ ਲਾਂਗੇ। ਜਹ ਦੇਖਾ ਤਹ ਪਿਰ ਹੈ ਪਾਈ, ਖੋ
ਮਨ ਠਹਿਰਾਏ। ਰਹਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।